सॉरी राजे, वो ना एक कॉल आ गई सी तां करके विच फोन कट्टिया गया। दोबारा मैं उस पार्ट तो वीडियो शुरू करन लगा ਜਿਹੜੇ पिछला पार्ट सी। एक्स ਦੀਆਂ लिमिट्स आ ਜਿਹੜੀਆਂ ਉਹ 0 ਤੋਂ y आ ਗਈਆਂ, क्योंकि ਇਹ वेरीएबल ਆ, ਇਹਦਾ मतलब ਆਪਾਂ ਸੈਪਰੇਟ ਅੱਡ ਅੱਡ नहीं कर सकते ਇਹਨੂੰ, ठीक है। सो ਇੱਥੇ dx ही ਰਹੂਗਾ, ਇੱਥੇ dy भी ही ਰਹੂਗਾ। बट ਆਪਾਂ ਪਹਿਲਾਂ x ਵਾਲਾ ਸੋਲਵ ਕਰ ਸਕਦੇ ਹਾਂ y ਨੂੰ ਕੌਨਸਟੈਂਟ ਮੰਨ ਕੇ, ਕਿਉਂਕਿ ਇੱਥੇ dx ਆ, y ਨੂੰ ਕੌਨਸਟੈਂਟ ਮੰਨ ਕੇ ਸੋਲਵ ਕਰ ਲਓ। y ਨੂੰ ਕੌਨਸਟੈਂਟ ਮੰਨੋਗੇ ਤਾਂ y ਨੂੰ ਬਾਹਰ ਕੱਢ ਸਕਦੇ ਹੋ, ਕੱਢ ਲਿਆ। ਅੰਦਰ ਕੀ ਰਹਿ ਗਿਆ, x 0 ਤੋਂ y, 8x² dx, ਇਹਨੂੰ ਸੋਲਵ ਕਰ ਲਓ, ਠੀਕ ਆ। ਬਾਹਰ ਕੀ ਪਿਆ dy, ਇਹ ਕੀ ਬਣ ਜੂਗਾ 8x³ 0 ਤੋਂ y, ਲਿਮਿਟਸ ਆ ਇਹ ਵਾਲੇ ਚ ਵਿੱਚ ਪੁੱਟ ਹੋ ਜਾਣਗੀਆਂ, ਬਾਹਰ dy ਉਵੇਂ ਪਿਆ ਹੋਇਆ। ਇਹ ਕੀ ਬਣ ਜੂਗਾ y³ ਇਹ ਬਣ ਜੂਗਾ 8y³ 3 ਤੇ -0 dy। ਇਹ ਚੀਜ਼ ਆ ਗਈ। ਇੱਥੇ ਕੀ ਆ ਗਿਆ 0 ਤੋਂ 1, ਇਹਨੂੰ ਪ੍ਰੋਡਕਟ ਕਰ ਲਓ 8y6/3 dy। ਰਾਜੇ ਇਹਦਾ ਇੰਟੀਗ੍ਰੇਸ਼ਨ ਤੁਹਾਨੂੰ ਆਉਂਦਾ ਹੀ ਆ, ਇਹ ਕਰ ਸਕਦੇ ਹੋ ਤੁਸੀਂ ਆਸਾਨੀ ਨਾਲ। ਇਹ ਆ ਜਾਊਗਾ ਜਿਹੜਾ ਬੁੱਕ 'ਚ ਆਨਸਰ ਦਿੱਤਾ ਹੋਇਆ ਉਹ 8/21 ਦਿੱਤਾ ਹੋਇਆ, ਠੀਕ ਆ। ਸੋ ਇਹ ਮੇਰਾ ਆਨਸਰ ਤੁਹਾਡਾ ਇਹ ਆ ਜਾਊਗਾ 48, ਹਾਂ ਨਹੀਂ 8/21 ਹੋਈ ਆਊਗਾ ਇਹਦਾ। 8/3 ਜੇ ਬਾਹਰ ਨਿਕਲ ਗਿਆ 1/7, ਹਾਂ 8/21 ਹੋਈ ਆ, ਠੀਕ ਹੈ ਠੀਕ ਹੈ। ਸੋ ਇਹ ਆਨਸਰ ਤੁਹਾਡਾ ਇਹਦੇ ਪਹਿਲੀ ਐਕਸਪੈਕਟੇਸ਼ਨ ਦਾ ਆ ਗਿਆ। ਹੁਣ ਦੂਸਰੀ ਐਕਸਪੈਕਟੇਸ਼ਨ ਦਾ ਕਰੋ। ਦੂਸਰਾ ਆਨਸਰ ਜੇ ਆਪਾਂ ਦੇਖੀਏ ਇੱਥੇ ਕਰਦਾ, ਇਹ ਕੱਲ੍ਹ ਵਾਲਾ ਕੰਮ ਆ, ਇਹਨੂੰ ਥੋੜ੍ਹਾ ਜਿਹਾ ਇਗਨੋਰ ਕਰਿਓ। ਐਕਸਪੈਕਟੇਸ਼ਨ ਦੂਸਰੀ ਕਿਹੜੀ ਸੀ, 7xy² + 5y ਹੈ, ਸੇਮ ਹੀ ਆ। ਲਿਮਿਟਸ ਤਾਂ ਰਾਜੇ ਜਿਹੜੀਆਂ ਇੱਕ ਵਾਰੀ ਡਿਸਾਈਡ ਹੋ ਗਈਆਂ ਉਹੀ ਰਹਿਣੀਆਂ, ਠੀਕ ਆ। ਸੋ ਇੱਥੇ ਕਨਫਿਊਜ਼ ਹੋਣ ਦੀ ਲੋੜ ਨਹੀਂ। ਲਿਮਿਟ ਇੱਕ ਕੁਐਸਚਨ 'ਚ ਤਾਂ ਇਸ 'ਚ ਤਾਂ ਉਹੀ ਰਹਿਣੀ ਆ। ਇਹ ਕੀ ਫੰਕਸ਼ਨ ਕੀ ਆ, ਆਹ ਵਾਲਾ 7xy² + 5y। ਇੱਥੇ ਪਹਿਲਾਂ ਤਾਂ ਆਪਾਂ fxy dx dy ਲਾ ਲਾਂਗੇ, ਫਿਰ ਉਸ ਤੋਂ ਬਾਅਦ ਇਹਦੀਆਂ ਲਿਮਿਟਸ ਪੁੱਟ ਕਰਾਂਗੇ ਜਦੋਂ, ਤੇ ਇੱਥੇ x ਦੀ ਵੈਲਿਊ 0 ਤੋਂ y ਆ ਜਾਊਗੀ, y ਦੀ ਵੈਲਿਊ 0 ਤੋਂ 1, ਠੀਕ ਹੈ ਜੀ। ਇੱਥੇ ਕੀ ਆਊਗਾ 7xy² + 5y ਆ ਜਾਊਗਾ। ਇੱਥੇ fxy ਕੀ ਸੀਗਾ 8xy dx dy। ਹੁਣ ਇਹਦਾ ਇੰਟੀਗ੍ਰੇਸ਼ਨ ਕਰਨਾ ਪੈਣਾ। ਪਹਿਲਾਂ ਰਾਜੇ ਪ੍ਰੋਡਕਟ ਕਰ ਲੈਂਦੇ ਹਾਂ, 0 ਤੋਂ 1, 0 ਤੋਂ y, x ਦੀਆਂ ਲਿਮਿਟਸ ਇਹ ਲਿਖਿਆ ਜ਼ਰੂਰ ਕਰੋ ਇੱਥੇ x ਦੀਆਂ ਲਿਮਿਟਸ। ਪ੍ਰੋਡਕਟ ਕੀਤਾ 8 7 56 x² y³ 8 5 40 xy² dx ਤੇ dy। dx ਦੇ ਵਿਦ ਰਿਸਪੈਕਟ ਟੂ ਕਰੋ ਇੰਟੀਗ੍ਰੇਸ਼ਨ, ਕੀ ਆਊਗਾ 556x³ 3y³ ਹੈ ਨਾ, ਅਤੇ 40x² y² 2 x ਦੀ ਵੈਲਿਊ ਕੀ ਹੈ 0 ਤੋਂ y ਤੱਕ dy। ਹੁਣ ਇੱਕ ਚੀਜ਼ ਧਿਆਨ ਰੱਖਿਓ, ਇਹ ਵੈਲਿਊ ਸਿਰਫ y ਜਦੋਂ ਭਰਾਂਗੇ x ਦੀ ਜਗ੍ਹਾ 'ਤੇ ਭਰਨਾ, ਕਿਉਂਕਿ ਲਿਮਿਟ x ਦੀਆਂ ਸੀ। ਕੀ ਆ ਜਾਊਗਾ 0 ਤੋਂ 1, ਠੀਕ ਹੈ। ਕੀ ਆਊਗਾ 56x³ ਹੈ ਨਾ, x ਦੀ ਜਗ੍ਹਾ 'ਤੇ ਭਰ ਦਿਓ y, ਕੀ ਆਊਗਾ 56y³ 3 ਨਾਲ ਕੀ ਪਿਆ y³ + 40 ਇੱਥੇ y² 2 ਨਾਲ ਕੀ ਆ ਗਿਆ y²। 0 ਭਰਾਂਗੇ ਤਾਂ 0 ਹੀ ਆ ਜਾਊਗਾ ਹੈ ਨਾ dy। ਹੁਣ ਦੇਖੋ ਕੱਲਾ ਫੰਕਸ਼ਨ dy 'ਚ ਰਹਿ ਗਿਆ, ਮਤਲਬ ਕੱਲਾ ਫੰਕਸ਼ਨ y 'ਚ ਰਹਿ ਗਿਆ, ਅਤੇ ਇੱਥੇ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ y ਆ, ਅਤੇ ਲਿਮਿਟਸ ਵੀ ਕਿਹਦੀਆਂ y ਦੀਆਂ। ਸੋ ਇਹ ਇੰਟੀਗ੍ਰੇਸ਼ਨ ਤੁਸੀਂ ਕਰ ਹੀ ਸਕਦੇ ਹੋ, ਕੋਈ ਨਾ ਕੋਈ ਆਨਸਰ ਇੱਥੇ ਆ ਹੀ ਜਾਣਾ, ਠੀਕ ਆ। ਸੋ ਇੱਦਾਂ ਆਪਾਂ 2 ਵੇਰੀਏਬਲ ਵਾਲੀ ਐਕਸਪੈਕਟੇਸ਼ਨ ਕਰ ਸਕਦੇ ਹਾਂ, ਠੀਕ ਆ। ਹੁਣ ਥੋੜ੍ਹਾ ਜਿਹਾ ਅੱਗੇ ਚੱਲੀਏ। ਵੇਰੀਐਂਸ ਕੋਵੇਰੀਐਂਸ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ, ਮੈਂ ਤੁਹਾਨੂੰ ਦੱਸੂਗਾ, ਠੀਕ ਆ। ਇਹ ਕੁਐਸਚਨ ਹੈਗਾ ਜੀ, ਕੁਐਸਚਨ ਨਹੀਂ ਐਗਜ਼ਾਮਪਲ ਕਰਦੇ ਹਾਂ। ਐਗਜ਼ਾਮਪਲ ਇਹ ਹੈ ਕਿਉਂਕਿ ਇਹਦੇ 'ਚ ਸਾਰਾ ਕੁਛ ਹੀ ਆ ਗਿਆ ਤਾਂ ਕਰਾਉਣ ਲੱਗਾ। ਇਹ ਐਗਜ਼ਾਮਪਲ ਹੈਗੀ 2, ਐਗਜ਼ਾਮਪਲ 2 ਹੈ। ਮੈਨੂੰ ਆਏ ਆ ਵੀ ਜ਼ਿਆਦਾਤਰ ਇਹਦੇ 'ਚ ਕਵਰ ਹੋ ਜਾਏ, ਪੇਜ ਵੀ ਮੇਰੇ ਕੋਲ ਘੱਟ ਹੀ ਰਹਿ ਗਏ। ਐਗਜ਼ਾਮਪਲ 2 ਕੀ ਹੈ, ਆਪਣੇ ਕੋਲ fxy ਦਿੱਤਾ ਹੋਇਆ 8xy, ਇਹ ਫੰਕਸ਼ਨ ਸੇਮ ਹੀ ਲੱਗ ਰਿਹਾ ਮੈਨੂੰ, ਹਾਂ 8xy ਸੀਗਾ ਉਹਦੇ 'ਚ, ਹਾਂ ਸੇਮ ਹੀ ਹੈ, ਚਲੋ ਵਧੀਆ ਫਿਰ। ਅਦਰਵਾਈਜ਼ 0। ਇਹ ਕਹਿੰਦੇ ਆ ਕੰਡੀਸ਼ਨਲ ਐਕਸਪੈਕਟੇਸ਼ਨ ਲੱਭੋ, y ਕੰਡੀਸ਼ਨ x ਗਿਵਨ, ਫਿਰ ਇਹ ਕਹਿ ਰਹੇ ਆ ਐਕਸਪੈਕਟੇਸ਼ਨ
वाई दी लभो, सॉरी एक्स दी लभो, वाई गिवन। फिर कह रहे हैं कंडीशनल वेरीएंस लभो, यदा मैं फार्मूला दसूँगा तुहानूं। फिर ये कह रहे हैं दूसरा कंडीशनल वेरीएंस लभो जिहदे च वाई दित्ती होवे। ये चारे चीज़ां पता करनियां आपां। सोल्यूशन हुण जो कंडीशनल की गल आ गई ना, सब तो पहलां गल करोगे कंडीशनल फंक्शन की। सो इत्थे कंडीशनल फंक्शन कैलकुलेट करना पैना। तुहानूं याद होगा जो कंडीशनल फंक्शन आपां कैलकुलेट करते सी, कंडीशनल फंक्शन किवें कैलकुलेट हुंदा सीगा, एफ एक्स वाई किवें हुंदा सी, उपर ज्वाइंट फंक्शन हुंदा सी, नीचे एक्स दा कल्ले दा मार्जनल फंक्शन। सो मार्जनल फंक्शन भी कड्ढना पऊगा। फिर उस तो बाद कंडीशनल फंक्शन लभूगा। कंडीशनल फंक्शन लभण तो बाद कंडीशनल एक्सपैक्टेशन लभूगी। वो किवें लभदे हुंदे आ, है ना। इत्थे लिमिट्स आ जाणगियां, इत्थे कोई ना कोई इत्थे यह एक्स आ जूगी, नाल कंडीशनल फंक्शन लग जूगा। चलो जी, फिर अपना आंसर आ जूगा। इत्थे वाई गिवन आ तो इत्थे एक्स ला दो, जे एक्स गिवन आ तो वाई ला दो, क्योंकि वो दूजा कॉन्सटेंट बन जाता हुंदा जिहड़ा गिवन आ। ठीक है। सो ये आंसर आ जाऊ, जानी कि कितना कुछ पता करना पैना आपां नूं। मार्जनल फंक्शन पहला तो, फिर कंडीशनल फंक्शन, फिर कंडीशनल एक्सपैक्टेशन। सो मार्जनल फंक्शन कैलकुलेट करो, हो जाओ शुरू। सब तो पहला जो लिमिट्स दित्तियां इन्हां नूं ड्रॉ करीदा हुंदा। की बनदा इत्थे देखो, 0 एक्स तक, है ना। एक्स वाई तो वाई एक तो, इत्थे इन्हां नूं इक्वैलिटी च लिखो, ये बन जूगा एक्स इक्वल टू 0, ये बन जूगा एक्स इक्वल टू वाई, ये बन जूगा वाई इक्वल टू 1। इन्हां नूं ड्रॉ करो। मैं जान के द्वारा कर रहा राजे, तुहानूं बई बार बार ये तां समझा रहा बई समझ लग जे बार बार। की आऊगा जे एक मिनट, अच्छा सब तो पहले इन्हों ड्रॉ करते हैं। एक्स इक्वल टू 0 यही आ गया, है ना। एक्स इक्वल टू वाई ये लाइन आ गई, वाई इज इक्वल टू 1 ये लाइन आ गई। ठीक है। यानी कि इन्हू देख के पता लगता एक्स है जो 0 तो 1 के, सॉरी एक्स है जोड़ा आप देखना भी ये रीजन केड़ा बनता, है ना। हुण जिवें ड्रॉ करिए एक्स 0 तो वड्डा, मतलब एक्स है जोड़ा वो इधर एक्स इनू ही रिप्रजेंट करता हुंदा ना, वाई हाइट नूं रिप्रजेंट करती हुंदी इदां। एक्स है जोड़ा इधर नूं कितना जा सकते हैं, वाई रिप्रजेंट करती है उच्चा नीवा कितना हो सकता, एक्स इधर नूं कितना हो सकता। अच्छा एक्स की है 0 तो लैके मतलब 0 तो वड्डा इधर इधर जा सकता एक्स। फिर एक्स छोटा की तो आ, एक्स इक्वल टू वाई तो, यानी कि एक्स इक्वल टू वाई मतलब वाई तो छोटा, मतलब ये लाइन तो इधर इधर रहिंदा, यानी कि एक्स की हो सकता ये ये वाला सारा आ गया। पर हाइट भी आपां देखनी पऊ, हाइट कितनी है, वाई 1 तो छोटी है, मतलब हाइट भी थले थले जाती है, तो इत्थे तो इन्हें मुकना ही है ना। तो अपने को अल्टीमेटली रीजन ये वाला आ गया। ओके हो गया। हुण ये देखो बई अपने को ਜਿਹੜਾ ਇਹਨਾਂ ਨੇ ਮਾਰਜਨਲ ਫੰਕਸ਼ਨ ਕੱਢਣਾ एफ एक्स ਦਾ, ਉਹ ਕਿਵੇਂ ਕੱਢੀਏ। एफ एक्स ਕੀ ਆਊਗਾ, ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਲਿਮਿਟਸ ਕਿਹਦੀਆਂ, ਵਾਈ ਦੀਆਂ, एफ एक्स वाई डी वाई। ਹੁਣ ਦੇਖੋ ਵਾਈ ਦੀਆਂ ਲਿਮਿਟਸ ਦੇਖਣੀਆਂ, ਇਹਦਾ ਮਤਲਬ ਵਾਈ ਦੇ ਪੈਰਲਲ ਸਟ੍ਰਿਪ ਡਰਾ ਕਰ ਲਓ। तो जो मैं तुहानूं पहलां भी कहा सीगा भी जो सिंगल इत्थे होवे ना, सिंगल इंटीग्रेशन होवे, एक डबल इंटीग्रेशन ना होवे, तो इस स्ट्रिप नूं चौड़ा नहीं करना, जस्ट टॉप बॉटम कर्व ते टॉप कर्व ही देखनी है। बॉटम कर्व किहड़ी है, बॉटम कर्व तो वाई की वैल्यू कड्ढो की आऊगी एक्स, टॉप कर्व तो वाई की वैल्यू कड्ढो की आऊगी 1। फंक्शन की है ओबवियसली 8xy की आ गया डी वाई। सो लिमिट्स आ गई एक्स तो 1 8xy डी वाई। ਇਹਦਾ इंटीग्रेशन करना, एक्स ਨੂੰ ਮੰਨ ਲੈਣਾ ਆਪਾਂ कॉन्स्टेंट, ਤੇ ਦੂਜਾ ਕੀ ਆ ਗਿਆ y² ਬਾਏ 2, x ਤੋਂ 1 ਕੀ ਆ ਗਿਆ ਇਹ 8x/2, y ਦੀ ਵੈਲਿਊ 1 ਭਰ ਦਿਓ, 1 ਦਾ ਸਕੁਅਰ ਮਾਈਨਸ 8x/2 ਕੌਂਸਟੈਂਟ ਹੀ ਆ, y ਦੀ ਵੈਲਿਊ x ਭਰ ਦਿਓ। ਸੋ ਕੀ ਆ ਗਿਆ ਇਹ 4x ਮਾਈਨਸ 4x², 4x ਬਾਹਰ ਕੱਢ ਲਓ, ਇਹ ਆ ਗਿਆ 4x 1 ਮਾਈਨਸ x, एक्स क्यूब आऊगा ना पिछे, इत्थे एक्स स्केयर आ गया फिर। ठीक है। सो इत्थे फंक्शन लिखो हुण की आऊगा अपने को 4x 1 माइनस x²। एक्स कितना हो सकता वध तो वध, देखो इत्थों शुरू होंदा खत्म कित्थे होंदा 0 तो 1 तक। हुण जे तुसीं कहोगे नहीं सर असीं y तक लिखना, लिख सकते हो y तक, फिर नाल ये भी लिखना पऊगा, जां तां पूरा ही लिख दिओ
पर मेरे अकॉर्डिंग तो जे कल्ला एक्स का फंक्शन आ तो कल्ला एक्स बारे ही दसना चाहिए। इत्थों थोड़ा जिहा सोच लो भी एक्स कित्थों तक जा सकता। हुण किहड़ा इत्थे इंटीग्रेशन करनी आ, ये तो राजे ये चीज़ तो इंटीग्रेशन से ध्यान देनी पैंदी आ आपां नूं भी एक्स आ जिहड़ा ये 0 तो y तक जांदा। जदों डोमेन की गल करनी उदों तो आप ये देखना भी एक्स की वैल्यू की भर सकते हो, वध तो वध वड्डी तो वड्डी कितनी हो सकती है। जे मान लो वाई है जिहड़ा ये 1/2 हो जाए तो एक्स आ जिहड़ा कित्थों तक जाऊगा 0 तो 1/2 तो, क्योंकि एक्स आ जिहड़ा हमेशा वाई तो छोटा रहना। ठीक है, जे वाई 0.9 हो जाए फिर एक्स कित्थों तक जाऊगा 0 तो 0.9 तक। जे वाई 0.9999 हो जाए फिर एक्स कित्थों तक जाऊगा 0 तो 0.9999 तक। तो यदा मतलब दिसी नहीं आता फिर एक्स 1 तक पहुँच सकता, डिपेंड करता वाई ते। सो अल्टीमेटली एक्स 0 तो 1 तक पहुँच सकता, पर इंटीग्रेशन नहीं आप कर सकते। इंटीग्रेशन च एक्स दी लिमिट्स जिहड़ियां ਜਦੋਂ ਕਰਨ ਲੱਗੇ ਉਦੋਂ नहीं तुसीं 0 ਤੋਂ 1 तक लिखणियां, वो आई स्ट्रिप नाल ही देखणियां पैंदियां। खास तौर पर जदों आए एक दूजे च फसा के फंक्शन लिखिया होवे, जां खास तौर पर जदों एक्स की वैल्यू इन टर्म्स ऑफ वाई च लिखी होवे, जां वाई की वैल्यू इन टर्म्स ऑफ एक्स च लिखी होवे। आए मतलब एक्स तो वाई का रिलेशन जा बनया होवे ना, जिथे जिवें एक्स लैस दैन वाई वालियां गईयां उदों तो स्ट्रिप 100% बनाउणी है। जे बाई चांस इत्थे ऐ लिखिया हुंदा भी एक्स 0 तो 1 तक आ, वाई भी 0 तो 1 तक आ, फिर यह जी स्ट्रिप की कोई लोड़ नहीं सी, फिर लिमिट्स आ जिहड़ियां सिद्धियां आपां लिख देणियां सीगीआं, फिर कोई चक्कर नहीं सीगा। पर इत्थे चक्कर है, इत्थे पैना। फिर मैं जे मान लो फिर इत्थे वाई दी लिमिट्स देखणियां सी, फिर मैं इत्थे सीधा 0 तो 1 भरना सी। हुण जे ऐ दित्ता हुंदा वाई दी अड्ड 0 तो 1 आई दिता हुंदा ना, जे 0 तो 1 वाई फिर मैं आई भरनियां सी, पर इन्होंने फसा के दित्तियां हुई वैल्यूज़। अच्छा अदरवाइज की है ये 0 ही आऊगा। हुण कंडीशनल फंक्शन इन्होंने आपां जे देखिए इन्होंने वाई का भी पूछया आपां नूं। जे मैं राजे कुछ एक करदा, जे मैं एक करदा आह क्वेश्चन कर दिना है ना, जिहदे च एक्स दिता तो आ कर देना, ये सेम ही आ जिहड़ा कुछ एक्स ना किया वाई ना करी जाना, एक कर देना। कंडीशनल फंक्शन मैं कढ़न लगा वाई का जो एक्स दिता होंदा तो की आउंदा होंदा एफ एक्स वाई, नीचे मार्जिनल फंक्शन एक्स का की आऊगा ये आ जाऊगा एफ एक्स वाई की आ 8x वाई, तो ये की आ गया अपने को 4x 1 माइनस एक्स स्केयर। ठीक है, एक्स दी वैल्यूज़ किनिया 0 तो वाई तो 1। देखो ये एक्स वाई दोवें आ गए ना, सो इत्थे सारे इकट्ठा ही लिखता मैं। जे इत्थे कल्ला एक्स की गल की हो तो कल ही एक्स लिख दो, अदरवाइज की है, अदरवाइज तो 0 ही ला दिया करो, ये तो रट्टा ही मार लो भावें। की आ जाऊगा ये 2y 1 माइनस एक्स स्केयर 0 y लैस दैन 1, अदरवाइज 0। ये कट्टी गई एक्स 2 ये कट्टिया गया, ये कला फंक्शन बन गया। ये कंडीशनल फंक्शन आ गया। हुण कंडीशनल एक्सपैक्टेशन मैं कैलकुलेट करके दिखाने लगा था। अज रूम ही लेट खुले आ, नहीं तो मैं पहला ही रिकॉर्डिंग कर देनी सी। एक्सपैक्टेशन ऑफ एक्स नहीं, एक्सपैक्टेशन ऑफ वाई गिवन एक्स, ये कैलकुलेट करना है ना आपां। ये वास्ते कंडीशनल फंक्शन जो चाहिए सी आप कैलकुलेट कर लिया। की आऊगी एक्सपैक्टेशन माइनस इनफिनिटी तो इनफिनिटी, एक्सपैक्टेशन ऑफ वाई वास्ते कल्ला इत्थे वाई लगना, ते नाल कंडीशनल फंक्शन जदों एक्स दिता होवे तो इत्थे एक्स कॉन्सटेंट आ, क्यों जिहड़ा नीचे आ गया बस वो कॉन्सटेंट है, ये समझ लियो। ਇਹਦਾ मतलब वाई आऊगा इत्थे। ठीक है, सो इत्थे की आऊगा लिमिट्स वाई दी लिमिट्स आप देखांगे की आउंदियां। एक मिनट इत्थे फिर राजे देखो ओहो ही स्ट्रिप ओहो ही सारा कुछ वाई दी लिमिट्स जदों डी वाई होवे, आ देखो आह पिया ना, जदों डी वाई होवे वाई कित्थों तो कित्थों तक जांदा सीगा, इत्थे एक्स सी मैं बाद च 0 पाया सी, एक्स तो 1 है ना, वाई ओही जाऊगा, फिर वाई आ जाऊगा एक्स तो 1, ये तो सेम ही रहनिया क्योंकि ये राजे 99% केसिस च सेम ही रहता होंदा। मैं अज तक क्वेश्चन नहीं देखा जिहदे च बाद च ये बदलने की कोई उम्मीद होवे, शायद बदल जान शायद ना बदल, मैनू नहीं लगता, क्योंकि अल्टीमेटली अपने को जिहड़ा ये कंडीशनल फंक्शन किवें आउंदा, ये भी इस डोमेन च ही आ 0 तो 1 तक है ना,
ਤੇ ਆਪਣੇ ਕੋਲੇ ਐਫ ਐਕਸ ਵਾਈ ਇਹ ਵੀ ਉਸ 'ਚ ਹੀ ਹੈ, 0 ਤੋਂ x ਤੋਂ ਸੌਰੀ 0 ਤੋਂ x ਤੋਂ y ਤੋਂ 1, ਯਾਨੀ ਕਿ ਅਲਟੀਮੇਟਲੀ 0 ਤੋਂ 1 ਉਹਦੇ ਵਿੱਚ ਹੀ ਰਹਿਣਾ ਨਾ ਸੇਮ। ਤੇ ਡਿਵਾਈਡ ਕਰਨ ਤੋਂ ਬਾਅਦ ਵੀ ਉਹੀ ਡੋਮੇਨ ਤੁਰੀ ਆਉਂਦੀ ਹੈ, ਇੱਥੇ ਵੀ ਉਹੀ ਤੁਰੀ ਆਉਂਦੀ ਹੈ। ਸੋ ਇੱਥੇ ਮੈਨੂੰ ਨਹੀਂ ਲੱਗਦਾ ਵੀ ਇਹ ਲਿਮਿਟਸ ਆ ਜਿਹੜੀਆਂ ਇਹ dy ਦੀਆਂ ਜਿਹੜੀਆਂ ਇੱਕ ਵਾਰੀ ਆ ਗਈਆਂ, ਮੈਨੂੰ ਤਾਂ ਲੱਗਦਾ ਹਰ ਵਾਰ ਉਹੀ ਆਉਣਗੀਆਂ, ਕਿਉਂਕਿ ਅਲਟੀਮੇਟਲੀ ਕੰਡੀਸ਼ਨਲ ਫੰਕਸ਼ਨ 'ਚ ਇਹੀ ਚੀਜ਼ ਬਣ ਜਾਣੀ ਆ ਜਿਹੜੀ ਇੱਥੇ ਦਿੱਤੀ ਹੋਈ ਆ ਹਨ। ਤੇ ਜੇ ਇਹਨੂੰ ਡਰਾਅ ਕਰਾਂਗੇ ਇਹੀ ਰੀਜਨ ਆਊਗਾ, ਕਿਉਂਕਿ ਇਹਨੂੰ ਡਰਾਅ ਕੀਤੇ ਤੋਂ ਇਹੀ ਆਇਆ ਸੀ, ਫਿਰ ਲਿਮਿਟਸ ਵੀ ਉਵੇਂ ਹੀ ਦੇਖਾਂਗੇ। ਸੋ ਬੈਟਰ ਆ ਉਹੀ ਲਿਮਿਟਸ ਫਿਰ ਆਪਾਂ ਚੱਕ ਲਾਂਗੇ। ਇੱਥੇ y ਦੀਆਂ ਕਿਹੜੀਆਂ x ਤੋਂ 1, ਸੋ ਇੱਥੇ ਵੀ x ਤੋਂ 1 y, ਪਰ ਫੰਕਸ਼ਨ ਬਦਲ ਜੂਗਾ, ਫੰਕਸ਼ਨ 100% ਬਦਲੂਗਾ। ਕੀ ਆ ਫੰਕਸ਼ਨ ਇੱਥੇ ਆਹ ਵਾਲਾ 2y/1 - x², ਬਾਹਰ ਕੀ ਆ dy। ਹੁਣ x ਨੂੰ ਕੌਂਸਟੈਂਟ ਦੀ ਤਰ੍ਹਾਂ ਟਰੀਟ ਕਰਨਾ, x ਨੂੰ ਬਾਹਰ ਕੱਢ ਲਓ 1 - x², 2 ਵੀ ਬਾਹਰ ਕੱਢ ਲਓ, ਪਿੱਛੇ ਕੀ ਬਚਿਆ x ਤੋਂ 1, ਪਿੱਛੇ ਆ ਗਿਆ y² dy, 2 1 - x², ਕੀ ਆਊਗਾ y³/3 x ਤੋਂ 1, ਇਹ ਕੀ ਆ ਜਾਊਗਾ 2 1 - x², ਇਹ ਆ ਜਾਊਗਾ ਆਈ ਥਿੰਕ 1/3 - x³/3, ਠੀਕ ਹੈ। ਇਹ ਤੁਹਾਡਾ ਫੰਕਸ਼ਨ ਆ ਗਿਆ ਰਾਜੇ। ਇਹਨੂੰ ਕੱਟ ਸਕਦੇ ਹਾਂ ਵੈਸੇ ਆਪਾਂ, 2/3 ਤਾਂ ਬਾਹਰ ਹੀ ਆ ਗਿਆ, ਪਿੱਛੇ ਇੱਥੇ ਨੀਚੇ ਜਿਹੜਾ 1 - x ਤੇ 1 + x ਬਚ ਜੂਗਾ, ਉੱਪਰ ਜਿਹੜਾ 1 - x³ ਆ ਇਹਨੂੰ ਖੋਲ ਕੇ ਲਿਖ ਸਕਦੇ ਆ। ਕੀ ਹੁੰਦਾ ਇਹ 1 - x 1 + x + x², ਇਹ ਆ ਜਾਊਗਾ, ਇਹਦਾ ਫੈਕਟਰ ਬਣਾ ਕੇ ਦੇਖ ਲਿਓ। ਇਹ a³ - b³ ਵਾਲਾ ਫਾਰਮੂਲੇ ਨਾਲ ਨਾ ਖੋਲ ਲਿਓ ਇਹਨੂੰ, ਇਹਦੇ ਨਾਲ ਕੱਟਤਾ, ਆਪਣੇ ਕੋਲ ਆਹ ਫੰਕਸ਼ਨ ਰਹਿ ਗਿਆ। ਸੋ ਕੰਡੀਸ਼ਨਲ ਐਕਸਪੈਕਟੇਸ਼ਨ ਕੀ ਆਈ ਹੁਣ ਤੁਹਾਨੂੰ ਦੱਸਦਾ ਮੈਂ ਕੀ ਪੰਗਾ ਤੁਹਾਨੂੰ ਇੱਥੇ ਜਿਹੜਾ ਲੱਗੂਗਾ। 2/3 1 + x + x² 1 + x, ਆਨਸਰ ਕੱਲਾ x 'ਚ ਆਇਆ, ਕੱਲਾ x 'ਚ ਆ ਨਾ ਆਨਸਰ। x ਕੀ ਹੁੰਦਾ ਆਪਾਂ ਨੂੰ ਦਿੱਤਾ ਹੋਇਆ 0 ਤੋਂ 1, ਇੱਥੇ y ਦੀ ਗੱਲ ਨਾ ਕਰਿਓ, ਕਰਨੀ ਕਰ ਲਿਓ, ਐਡਾ ਵੀ ਕੋਈ ਚੱਕਰ ਨਹੀਂ ਗਾ ਵੀ ਜੇ ਤੁਸੀਂ ਇੱਥੇ ਲਿਖ ਦੋਗੇ ਆਹ ਚੀਜ਼ ਲਿਖ ਦੋਗੇ ਤਾਂ ਗਲਤ ਹੋ ਜੂਗੀ। ਮੈਨੂੰ ਨਹੀਂ ਲੱਗਦਾ ਇਹਦੇ 'ਚ ਕੁਛ ਗਲਤੀ ਵਾਲੀ ਗੱਲ ਆ, ਕੱਲੀ ਆਹ ਲਿਖ ਦੋਗੇ ਇੱਥੇ ਵੀ ਠੀਕ ਆ। ਪਰ ਜੇ ਕਿਤੇ ਇੱਥੇ y ਹੁੰਦਾ ਫੇਰ ਮੈਨੂੰ ਆਹ ਹੀ ਲਿਖਣਾ ਪੈਣਾ ਸੀਗਾ, ਫੇਰ x ਤੇ y ਦੇ ਫੇਰ ਆਹ ਕੱਲਾ ਚੱਲਣਾ ਨਹੀਂ ਸੀਗਾ, ਠੀਕ ਹੈ। ਇਹ ਧਿਆਨ ਰੱਖਿਓ। ਓਬਵੀਅਸਲੀ ਜਿਹੜੇ ਵੇਰੀਏਬਲ ਇੱਥੇ ਆ ਗਏ ਉਹਨਾਂ ਦਾ ਜ਼ਿਕਰ ਕਰਨਾ ਪਊਗਾ ਆਨਸਰ 'ਚ। ਅੱਛਾ ਤੁਸੀਂ ਹੁਣ ਕਹੋਗੇ ਵੀ ਸਰ x ਆ ਜਿਹੜਾ ਐਕਸਪੈਕਟੇਸ਼ਨ ਤਾਂ ਕੌਂਸਟੈਂਟ ਆਉਂਦੀ ਹੁੰਦੀ ਸੀ, ਅਤੇ ਇੱਥੇ ਆਨਸਰ ਕੌਂਸਟੈਂਟ ਕਿਉਂ ਨਹੀਂ ਆਇਆ? ਇੱਥੇ ਆਪਾਂ ਤਾਂ ਇਹ ਲਿਖਤਾ ਵੀ x ਆ ਜਿਹੜਾ 0 ਤੋਂ 1 ਦੇ ਵਿੱਚ ਲਾਈ ਕਰਦਾ। ਰਾਜੇ x 0 ਤੋਂ 1 ਦੇ ਵਿੱਚ ਹੋ ਸਕਦਾ, ਫੰਕਸ਼ਨ ਆ ਜਿਹੜਾ ਇੱਥੇ ਆਪਾਂ ਪੁੱਟ ਕਰਾਂਗੇ। x ਨੂੰ ਆਪਾਂ ਤੁਹਾਨੂੰ ਪਤਾ ਹੋਊਗਾ, ਇੱਥੇ ਮੈਂ ਇੱਥੇ ਹੀ ਕਿਹਾ ਸੀ ਵੀ x ਨੂੰ ਕੌਂਸਟੈਂਟ ਦੀ ਤਰ੍ਹਾਂ ਟਰੀਟ ਕੀਤਾ ਹੋਇਆ, x ਨੂੰ ਇੱਥੇ ਥਰੂ ਆਊਟ ਸਾਰੇ ਕੁਐਸਚਨ 'ਚ ਕੌਂਸਟੈਂਟ ਦੀ ਤਰ੍ਹਾਂ ਹੀ ਟਰੀਟ ਕੀਤਾ ਹੋਇਆ। ਪਰ x ਬਦਲੂਗੀ ਹਰ ਵਾਰ, ਜਿਵੇਂ x 1 ਤੋਂ 2 ਦੇ ਵਿੱਚ ਇੱਥੇ 1/2 ਲੈ ਲਓ, ਇੱਥੇ 1/2 ਲੈ ਲੈਂਦਾ ਇਹ, ਇੱਥੇ x ਦੀ ਜਗ੍ਹਾ 1/2 ਆ ਜਾਣਾ ਸੀ, ਇੱਥੇ 1/2 ਆ ਜਾਣਾ ਸੀ, ਇੱਥੇ 1/2 1/2 1/2 1/2, ਇੱਥੇ ਆਨਸਰ x ਦੀ ਜਗ੍ਹਾ 'ਤੇ 1/2। ਸਮਝ ਲੱਗਦੀ ਹੈ ਨਾ? x ਕੌਂਸਟੈਂਟ ਆ ਪਰ ਬਦਲ ਤਾਂ ਸਕਦਾ ਨਾ ਉਹ। ਤੁਸੀਂ ਕਹੋਗੇ ਜੇ ਉਹ ਬਦਲ ਸਕਦਾ ਫਿਰ ਉਹਨੂੰ ਕੌਂਸਟੈਂਟ ਕਿਉਂ ਮੰਨ ਰਹੇ ਹੋ? ਦੇਖੋ ਮੇਰੀ ਗੱਲ ਸੁਣੋ, ਜਿਵੇਂ ਮੂਵਮੈਂਟ ਜਨਰੇਟਿੰਗ ਫੰਕਸ਼ਨ 'ਚ t ਬਦਲ ਸਕਦਾ, ਪਰ ਜਦੋਂ ਆਪਾਂ ਇੰਟੀਗ੍ਰੇਸ਼ਨ ਕਰਦੇ ਹਾਂ ਤਾਂ ਇੱਥੇ ਮੈਂ ਸਿਰਫ t ਨੂੰ ਬਾਹਰ ਕੱਢ ਲੂੰਗਾ, ਇਹਨੂੰ ਕੌਂਸਟੈਂਟ ਦੀ ਤਰ੍ਹਾਂ ਟਰੀਟ ਕਰੂੰਗਾ, ਇਹ ਇੰਟੀਗ੍ਰੇਸ਼ਨ ਇਕੱਲਾ x ਦਾ ਕਰੂੰਗਾ, ਠੀਕ ਹੈ। ਅਤੇ ਬਾਅਦ 'ਚ t ਦੀਆਂ ਵੈਲਿਊ ਭਰਨ ਲੱਗ ਜਾਂਦੇ ਆਪਾਂ, t ਦੀ ਵੈਲਿਊ 1 ਭਰੋਗੇ, t ਦੀ ਜਗ੍ਹਾ 'ਤੇ ਇੱਕ ਵਾਰੀ ਡੈਰੀਵੇਟਿਵ ਕਰਕੇ t ਦੀ ਜਗ੍ਹਾ 'ਤੇ 0 ਰੱਖ ਦਿਓ, ਇੱਕ ਵਾਰੀ ਡੈਰੀਵੇਟਿਵ ਕਰਕੇ t ਐਂ ਥੋੜ੍ਹੀ ਰੱਖਿਆ ਜਾਂਦਾ ਹੁੰਦਾ। ਫਿਰ ਬਾਅਦ 'ਚ ਉਹਨੂੰ ਵੇਰੀਏਬਲ ਦੀ ਤਰ੍ਹਾਂ ਟਰੀਟ ਕਰਦੇ ਆ, ਸ਼ੁਰੂ 'ਚ ਉਹਨੂੰ ਕੌਂਸਟੈਂਟ ਦੀ ਤਰ੍ਹਾਂ ਲੈਂਦੇ ਆਏ। ਜਦੋਂ ਆਨਸਰ ਆ ਗਿਆ ਦੇਖਿਆ ਜਾਵੇ ਤਾਂ x ਇੱਕ ਫਿਕਸਡ ਨੰਬਰ ਆ, ਅਤੇ ਇਹ ਵੀ ਇੱਕ ਫਿਕਸਡ ਆਨਸਰ ਆ। ਪਰ ਕਿਉਂਕਿ x ਦੀਆਂ ਵੈਲਿਊ ਬਦਲਦੀਆਂ ਹਰ ਵਾਰ, ਜਦੋਂ x ਦੀ ਵੈਲਿਊ ਅਲੱਗ ਭਰੂੰਗਾ ਇੱਥੇ ਵੀ ਵੈਲਿਊ ਅਲੱਗ ਹੀ ਆਊਗੀ। ਸੋ ਹੈ x ਕੌਂਸਟੈਂਟ ਹੀ ਆ, ਪਰ ਆਪਾਂ ਨੂੰ ਦੱਸਣਾ ਪੈਣਾ ਵੀ x ਫਿਕਸਡ ਨੰਬਰ ਚੁਣਨਾ ਕਿੱਥੋਂ ਆ, ਇੱਥੋਂ ਚੁਣਨਾ। ਸਮਝ ਲੱਗੀ? ਚਲੋ ਅੱਗੇ ਚੱਲਦੇ ਹਾਂ। ਐਕਸਪੈਕਟੇਸ਼ਨ ਆਫ ਇੱਕ ਹੋਰ ਚੀਜ਼ ਆਪਾਂ ਚਲੋ ਇਹ ਕਰ ਲਈ ਹੁਣ, ਵੇਰੀਐਂਸ ਆਫ y ਗਿਵਨ x, ਇਹ ਆਪਾਂ ਕੈਲਕੂਲੇਟ ਕਰਨਾ ਰਾਜੇ। ਇਹਦਾ ਫਾਰਮੂਲਾ ਇੱਕ ਮੈਂ ਦੱਸਣ ਲੱਗਾ, ਇਹ ਨੋਟ ਕਰ ਲਓ। ਜੇ ਵੇਰੀਐਂਸ ਆਫ y ਇਕੱਲਾ ਹੁੰਦਾ ਉਹ ਕੀ ਹੁੰਦਾ? ਐਕਸਪੈਕਟੇਸ਼ਨ ਆਫ y² ਮਾਈਨਸ ਐਕਸਪੈਕਟੇਸ਼ਨ ਆਫ y ਦਾ ਹੋਲ ਸਕੁਏਅਰ, ਇਹ ਹੁੰਦਾ ਨਾ। ਪਰ ਇਹ ਕੰਡੀਸ਼ਨਲ ਆ, ਸੋ ਇੱਥੇ ਨੀਚੇ ਕੰਡੀਸ਼ਨ ਪਾ ਦਿਓ, ਇੱਥੇ ਵੀ ਨੀਚੇ ਕੰਡੀਸ਼ਨ ਪਾ ਦਿਓ, ਆਹ ਸਾਰਾ ਸੇਮ ਹੀ ਆ ਉੱਪਰਲਾ, ਇੱਥੇ ਵੀ ਨੀਚੇ ਕੰਡੀਸ਼ਨ ਪਾ ਦਿਓ, ਸਾਰਾ ਉੱਪਰਲਾ ਸੇਮ
ਇੱਥੇ ਵੀ ਇਕੁਅਲ ਟੂ ਐਕਸ ਆਊਗਾ, ਸਾਰਾ ਸੇਮ ਆ ਉੱਪਰ, ਬਸ ਨਾਲ ਕੰਡੀਸ਼ਨ ਠੋਕ ਦੇਣੀ ਆ ਇਕੱਲੇ ਇਕੱਲੇ ਤੇ। ਹੁਣ ਇਹ ਤਾਂ ਵੈਲਿਊ ਆਪਾਂ ਕੱਢ ਲਈ, ਇਹ ਤੁਹਾਨੂੰ ਪਤਾ ਕਿਵੇਂ ਕੱਢੀ ਦੀ ਆ, ਆਹ ਰਹਿ ਗਈ, ਇਹ ਵੀ ਆਪਾਂ ਕੱਢ ਲੈਂਦੇ ਹਾਂ। ਆਖਰੀ ਪੇਜ ਰਹਿ ਗਿਆ ਮੇਰੇ ਕੋਲੇ, ਲੈਕਚਰ ਆਪਣਾ 20 ਮਿੰਟ ਦਾ ਹੋ ਗਿਆ, 1-2 ਕੁਐਸਚਨ ਹੋਰ ਹੋ ਜਾਣ ਬਸ ਆਪਣਾ ਬਹੁਤ ਆ। ਫਿਰ ਆਪਾਂ ਕੱਲ੍ਹ ਨੂੰ ਹੁਣ ਹੋਮੋਮੋਰਫਿਜ਼ਮ ਸਟਾਰਟ ਕਰ ਦੇਣੀ ਆ। 1-2 ਕੁਐਸਚਨ ਰਹਿੰਦੇ ਆ ਪ੍ਰੋਬਿਲਿਟੀ ਦੇ, ਡੈਰੀਵੇਟਿਵ ਕਰਕੇ ਕਰਨ ਵਾਲੇ, ਉਹ ਮੈਂ ਦੇਖੂੰਗਾ ਕਿਸੇ ਦਿਨ, ਲਾ ਲਾਂਗੇ ਲੈਕਚਰ। ਹੋਮੋਮੋਰਫਿਜ਼ਮ ਤੋਂ ਬਾਅਦ 'ਚ ਦੇਖ ਲਾਂਗੇ, ਉਦੋਂ ਨੂੰ ਤੁਸੀਂ ਵੀ ਨਾਲ ਰਲ ਜਾਓਗੇ। ਇਹਦਾ ਫਾਰਮੂਲਾ ਆ ਹੁੰਦਾ, ਹੁਣ ਜੇ ਇੱਥੇ ਇਹ ਇਹ ਤਾਂ ਕੈਲਕੂਲੇਟ ਹੋ ਚੁੱਕੀ ਹੈ ਆਪਣੀ, ਕੱਲੀ ਇਹ ਰਹਿੰਦੀ ਹੈ, ਇਹ ਕੈਲਕੂਲੇਟ ਕਰ ਲੈਂਦੇ ਹਾਂ। ਕੀ ਆਊਗੀ? ਐਕਸਪੈਕਟੇਸ਼ਨ ਆਫ ਵਾਈ ਸਕੇਅਰ ਐਕਸ ਇਜ਼ ਇਕੁਅਲ ਟੂ ਸਮਾਲ ਐਕਸ, ਕੀ ਆਊਗੀ? ਲਿਮਿਟਸ ਇੱਥੇ -∞ ਤੋਂ ਇਨਫਿਨਿਟੀ। ਦੇਖੋ ਜੇ ਕੰਡੀਸ਼ਨਲ ਵੇਰੀਐਂਸ ਇੱਥੇ ਕੀ ਆਊਗਾ? ਵਾਈ ਸਕੇਅਰ, ਇਹ ਵਾਲਾ ਫੰਕਸ਼ਨ ਆ ਜਾਂਦਾ ਹੁੰਦਾ, ਨਾਲ ਇੱਥੇ ਕੰਡੀਸ਼ਨਲ ਫੰਕਸ਼ਨ ਆਉਣਾ ਹੁਣ ਫਿਰ, ਠੀਕ ਆ, ਉਹੀ ਸੇਮ ਲਿਮਿਟਸ ਕਿਹਦੀਆਂ? ਵਾਈ ਦੀਆਂ, ਕਿਉਂਕਿ ਐਕਸ ਕੌਨਸਟੈਂਟ ਆ ਇੱਥੇ। ਅੱਛਾ ਲਿਮਿਟ ਵਾਈ ਦੀਆਂ ਲਿਮਿਟ ਕੀ ਸੀਗੀਆਂ? ਐਕਸ ਤੋਂ 1, ਠੀਕ ਹੈ, ਅਤੇ ਉਹ ਕੀ ਆਊਗਾ? ਵਾਈ ਸਕੇਅਰ। ਇੱਥੇ ਕੀ ਆਊਗਾ? ਇਹ ਫੰਕਸ਼ਨ ਕਿਹੜਾ ਸੀਗਾ ਆਪਾਂ ਲਿਆ ਹੀ ਸੀ, ਇਹ 2y 1 - x ਸਕੇਅਰ dy ਸੀਗਾ। ਫਿਰ ਇਹਦਾ ਇੰਟੀਗ੍ਰੇਸ਼ਨ ਕਰ ਦਿਓ, ਹੁਣ ਇੰਟੀਗ੍ਰੇਸ਼ਨ ਤਾਂ ਕਰਨਾ ਆਉਂਦਾ ਹੀ ਹੈ ਤੁਹਾਨੂੰ, ਹੈ ਨਾ। 2 - x ਸਕੇਅਰ ਬਾਹਰ ਕੱਢ ਲਿਆ, ਪਿੱਛੇ ਕੀ ਬਚ ਗਿਆ? x1 y ਦੀ ਕਿਊਬ dy, ਹੈ ਨਾ। ਅਤੇ ਇੱਥੇ ਕੀ ਆਊਗਾ? 2 - x ਸਕੇਅਰ ਬਚ ਜੂਗਾ, ਇੱਥੇ y ਦੀ 4/4 ਆ ਜੂਗਾ, x1 ਆ ਜੂਗਾ, 2 - x ਸਕੇਅਰ ਬਚ ਜੂਗਾ, ਇੱਥੇ ਕੀ ਆ ਜੂਗਾ? 1/4 1 - x ਦੀ 4, ਇਹ ਵੀ ਕੁਛ ਕੱਟ ਕਟਾ ਕੇ ਇਹ ਆਈ ਥਿੰਕ ਬਚ ਜੂਗਾ 1/2 1 + x ਸਕੇਅਰ, ਅਤੇ x ਦੀਆਂ ਲਿਮਿਟਸ ਆਪਾਂ ਨੂੰ ਦੱਸਣੀਆਂ ਪੈਣੀਆਂ ਇੱਥੇ। ਸੋ ਐਕਸਪੈਕਟੇਸ਼ਨ ਆਫ ਵਾਈ ਸਕੇਅਰ, ਕੰਡੀਸ਼ਨ x ਵੀ ਪਤਾ ਲੱਗ ਗਈ। ਹੁਣ ਵੇਰੀਐਂਸ ਕੈਲਕੂਲੇਟ ਕਰ ਦਿਓ, ਕੀ ਆਊਗਾ? ਵੇਰੀਐਂਸ ਇਹਦੇ 'ਚ ਵੈਲਿਊ ਭਰ ਦੇਣੀ ਹੈ, ਵੇਰੀਐਂਸ ਵਾਈ, ਅੱਛਾ ਵੇਰੀਐਂਸ ਵਾਈ, ਹਾਂ ਕੰਡੀਸ਼ਨ x, ਇਹ ਕੀ ਆ? 1 + x ਸਕੇਅਰ ਬਾਏ 2, ਇਹੀ ਹੈ ਨਾ। ਅਤੇ ਪਹਿਲਾਂ ਕੀ ਆਇਆ ਸੀਗਾ ਉਹ, ਇਹ ਐਕਸਪੈਕਟੇਸ਼ਨ 2/3 1 + x ਸਕੇਅਰ 1 + x, ਇਹ ਸਾਰੇ ਦਾ ਸਕੇਅਰ। x ਦੀ ਵੈਲਿਊ ਇੱਥੇ ਨਾਲ ਸਾਈਡ 'ਤੇ ਲਿਖ ਦਿਓ 0 ਤੋਂ 1, ਇਹਨੂੰ ਸਿੰਪਲੀਫਾਈ ਕਰ ਲਓਗੇ, ਆਨਸਰ ਇਹਦਾ x 'ਚ ਆਉਣਾ, x 'ਚ ਆਨਸਰ ਆਉਣਾ ਵਾ। 1 ਮਿੰਟ ਜਾਂ ਮੈਨੂੰ ਥੋੜ੍ਹਾ ਟਾਈਮ ਦਿਓ, ਮੈਨੂੰ ਲੱਗਦਾ ਸਿੰਪਲੀਫਾਈ ਕਰ ਲਿਓ ਯਾਰ, ਇਹਦੇ ਇੰਨਾ ਕਰਨਾ ਕਰਿਓ, ਨਹੀਂ ਕਰਨਾ ਨਾ ਰਹਿਣ ਦਿਓ, ਇਹ ਵੀ ਇੱਥੇ ਵੀ ਛੱਡ ਸਕਦੇ ਹੋ ਆਨਸਰ, ਠੀਕ ਹੈ। ਸੋ ਵੇਰੀਐਂਸ ਆ ਗਿਆ, ਕੰਡੀਸ਼ਨਲ ਵੇਰੀਐਂਸ। ਹੁਣ ਮੈਂ ਦੇਖ ਲਾਂ, ਤੁਹਾਨੂੰ ਜ਼ਿਆਦਾਤਰ ਕੁਐਸਚਨ ਤਾਂ ਇਹਦੇ 'ਚ ਹੋ ਜਾਣਗੇ। ਜਿਹੜਾ ਰਾਜੇ ਜਿਵੇਂ 5ਵੇਂ ਕੁਐਸਚਨ 'ਚ ਕਿਹਾ ਨਾ, ਵੇਰੀਐਂਸ ਆਫ ਐਕਸ ਇਕੱਲਾ ਕੱਢੋ, ਇਹ ਰਾਜੇ ਮਾਰਜਨਲ ਫੰਕਸ਼ਨ ਪਹਿਲਾਂ ਕੱਢਣਾ ਪੈਣਾ, ਠੀਕ ਆ। ਮਾਰਜਨਲ ਫੰਕਸ਼ਨ ਤੋਂ ਬਾਅਦ ਤੁਹਾਨੂੰ ਐਕਸਪੈਕਟੇਸ਼ਨ ਆਫ ਐਕਸ ਕੱਢਣੀ ਪੈਣੀ ਆ ਇਕੱਲੀ, ਠੀਕ ਆ। ਐਕਸਪੈਕਟੇਸ਼ਨ ਆਫ ਐਕਸ ਕੱਢਣ ਤੋਂ ਬਾਅਦ ਐਕਸਪੈਕਟੇਸ਼ਨ ਆਫ ਐਕਸ ਸਕੇਅਰ ਕੱਢਣੀ ਪੈਣੀ ਹੈ। ਪਰ ਜੇ ਤੁਸੀਂ ਮਾਰਜਨਲ ਫੰਕਸ਼ਨ ਨਹੀਂ ਲੱਭਣਾ ਚਾਹੁੰਦੇ ਤਾਂ ਐਕਸਪੈਕਟੇਸ਼ਨ ਆਫ ਐਕਸ ਐਂ ਵੀ ਪਤਾ ਲੱਗ ਜਾਂਦੀ ਹੁੰਦੀ ਹੈ, ਜੇ ਇਹ ਨਹੀਂ ਲੱਭਣਾ ਚਾਹੁੰਦੇ। ਅਲਟੀਮੇਟਲੀ ਫਾਰਮੂਲਾ ਇਹਦਾ ਇਹੀ ਆ, ਵੇਰੀਐਂਸ ਆਫ ਐਕਸ ਦਾ ਫਾਰਮੂਲਾ ਤਾਂ ਇਹੀ ਆ। ਪਰ ਜਿਹੜਾ ਪਿਛਲੇ ਐਕਸਰਸਾਈਜ਼ਾਂ 'ਚ ਪੜ੍ਹਿਆ, ਐਕਸਪੈਕਟੇਸ਼ਨ ਆਫ ਐਕਸ ਬਦਲ ਜਾਣੀ ਆ। ਕਿਉਂ? ਕਿਉਂਕਿ ਇੱਥੇ ਐਕਸਪੈਕਟੇਸ਼ਨ ਡਬਲ ਇੰਟੀਗ੍ਰੇਸ਼ਨ 'ਚ ਲੱਭਣੀ ਆਪਾਂ। ਕੀ ਆਊਗੀ? ਫੰਕਸ਼ਨ, ਇੱਥੇ ਜੁਆਇੰਟ ਪ੍ਰੋਬਿਲਟੀ ਫੰਕਸ਼ਨ, ਅਤੇ ਇੱਥੇ ਦੋਵਾਂ ਦਾ dx dy। ਐਕਸਪੈਕਟੇਸ਼ਨ ਤਾਂ ਐਂ ਵੀ ਲੱਭ ਸਕਦੇ ਹਾਂ ਆਪਾਂ, ਇਹ ਕੰਡੀਸ਼ਨਲ ਐਕਸਪੈਕਟੇਸ਼ਨ ਨਹੀਂ ਗੀ। ਅਤੇ ਐਕਸਪੈਕਟੇਸ਼ਨ ਆਫ ਐਕਸ ਸਕੇਅਰ ਕਿਵੇਂ ਲੱਭੂਗੀ? -∞ ਤੋਂ ਇਨਫਿਨਿਟੀ, -∞ ਤੋਂ ਇਨਫਿਨਿਟੀ, ਇੱਥੇ ਐਕਸ ਸਕੇਅਰ ਆ ਜਾਊਗਾ, ਫਿਰ fxy gx dy। ਐਕਸਪੈਕਟੇਸ਼ਨ 'ਤੇ ਮੈਂ ਲੈਕਚਰ ਲਾਇਆ, ਇਹ ਕੰਡੀਸ਼ਨਲ ਐਕਸਪੈਕਟੇਸ਼ਨ ਨਹੀਂ ਗੀ ਰਾਜੇ, ਜਿਹੜੀ ਸਿੰਪਲ ਐਕਸਪੈਕਟੇਸ਼ਨ ਹੈ, ਇਹ ਸਿੰਪਲ ਐਕਸਪੈਕਟੇਸ਼ਨ ਤਾਂ ਐਂ ਲੱਭਦੀ ਹੈ ਇਹਦੇ 'ਚ ਡਬਲ ਇੰਟੀਗ੍ਰੇਸ਼ਨ 'ਚ। ਸੋ ਦੋਵੇਂ ਲੱਭ ਦੇਣੀਆਂ। ਇੱਕ ਚੀਜ਼ ਯਾਦ ਰੱਖਿਓ, ਇਹ ਲਿਮਿਟਸ ਲੈਣ ਵੇਲੇ ਧਿਆਨ ਰੱਖਣਾ ਪੈਣਾ ਆਪਾਂ ਨੂੰ, ਠੀਕ ਹੈ। ਲਿਮਿਟਸ ਜਿਹੜੀਆਂ ਉਹ ਸਟ੍ਰਿਪ ਡਰੋ ਕਰਨੀ ਪੈਣੀ ਹੈ, ਰੀਜ਼ਨ ਡਰੋ ਕਰਨਾ ਪੈਣਾ, ਫਿਰ ਸਟ੍ਰਿਪ ਡਰੋ ਕਰਾਂਗੇ, ਠੀਕ ਆ। ਫਿਰ ਕਿਉਂਕਿ ਇੱਥੇ ਡਬਲ ਇੰਟੀਗ੍ਰੇਸ਼ਨ ਆ, ਸਟ੍ਰਿਪ 'ਚੋਂ ਬੋਟਮ ਕਰਵ ਅਤੇ ਟੋਪ ਕਰਵ ਤਾਂ ਦੇਖਣੀ ਹੀ ਦੇਖਣੀ ਆ, ਅਤੇ ਇਹਨੂੰ ਚੌੜੀ ਵੀ ਕਰਨਾ, ਕਿੱਥੋਂ ਤੱਕ ਚੌੜੀ ਹੁੰਦੀ ਆ।
ਜਿਹੜੀ ਬੋਟਮ ਕਰਵ ਤੇ ਟੌਪ ਕਰਵ ਆ ਉਹ ਅੰਦਰਲੀ ਲਿਮਿਟ ਦੱਸੂਗੀ, ਜਿਹੜੀ ਚੌੜਾਈ ਕਿੱਥੋਂ ਤੱਕ ਉਹ ਬਾਹਰਲੀ ਲਿਮਿਟ ਦੱਸੂਗੀ। ਤੇ ਸਟ੍ਰਿਪ ਡਰਾਅ ਕਰਨ ਤੋਂ ਪਹਿਲਾਂ ਇੰਨਾ ਧਿਆਨ ਰੱਖਿਓ ਵੀ ਐਕਸ ਜੋ ਅੰਦਰ ਆ ਉਹਦੇ ਪੈਰਲਲ ਸਟ੍ਰਿਪ ਡਰਾਅ ਕਰੀਦੀ ਹੁੰਦੀ ਆ। ਇਹ ਸਾਰਾ ਕੁਝ ਮੈਂ ਤੁਹਾਨੂੰ ਸਿਖਾ ਚੁੱਕਿਆ। ਸ਼ਰਤ ਇਹ ਆ ਰਾਜੇ ਕਿ ਲਿਮਿਟਸ ਆ ਜਦੋਂ ਨਾ ਜੇ ਇਹੋ ਜਿਹੀਆਂ ਦਿੱਤੀਆਂ, ਜੇ ਤਾਂ ਇਹੋ ਜਿਹੀਆਂ ਦਿੱਤੀਆਂ ਫਿਰ ਤਾਂ ਆਪਾਂ ਨੂੰ ਪਤਾ ਹੀ ਆ ਹੁਣ ਇੱਥੇ ਐਕਸ ਦੀ ਲਿਮਿਟ ਕੀ ਆਊਗੀ, ਐਕਸ 0 ਤੋਂ 1 ਆ, ਵਾਈ 0 ਤੋਂ 1 ਆ, ਕਿਹੜੀ ਸਟ੍ਰਿਪ ਤੇ ਕੀ, ਕੋਈ ਲੈਣਾ ਦੇਣਾ ਹੀ ਨਹੀਂ। ਕਈ ਵਾਰੀ ਉਹ ਨਾ ਲਿਮਿਟ ਇਹੋ ਜਿਹੀਆਂ ਦੇ ਦਿੰਦੇ ਜਾਣ ਕੇ ਇੱਕ ਦੂਜੇ 'ਚ ਫਸਾ ਕੇ ਦੇ ਦਿੰਦੇ ਆ, ਜਾਂ ਕਈ ਵਾਰੀ ਇਹ ਕਹਿ ਦਿੰਦੇ ਆ ਵੀ ਐਕਸ 0 ਤੋਂ 1 ਆ, ਵਾਈ ਵੀ 0 ਤੋਂ 1 ਆ, ਪਰ ਐਕਸ ਵਾਈ ਤੋਂ ਛੋਟਾ। ਜਦੋਂ ਐਕਸ ਤੇ ਵਾਈ ਵਿੱਚ ਰਿਲੇਸ਼ਨ ਜਾਂ ਬਣਾਤਾ ਨਾ ਉਦੋਂ ਤਾਂ ਸਮਝ ਲਓ ਵੀ ਸਟ੍ਰਿਪ ਡਰਾਅ ਕਰਨੀ ਹੀ ਪੈਣੀ ਆ। ਸਮਝ ਲੱਗ ਗਈ? ਸੋ ਇਹ ਲਿਮਿਟਸ ਤੁਸੀਂ ਚੈੱਕ ਕਰ ਸਕਦੇ ਹੋ। ਅੱਛਾ ਅੱਗੇ ਕੁਐਸਚਨ ਦੇਖਦੇ ਹਾਂ। ਮੈਨੂੰ 6ਵਾਂ ਕੁਐਸਚਨ ਲੱਗਦਾ ਕਰਾਉਣ ਵਾਲਾ। 6th ਕੁਐਸਚਨ ਦੇਖੋ, ਕੱਲ੍ਹ ਨੂੰ ਹੋਮੋਮੋਰਫਿਜ਼ਮ ਸਟਾਰਟ ਕਰਦੇ ਹਾਂ। ਫਿਰ 6ਵਾਂ ਕੁਐਸਚਨ ਆ ਜਿਹੜਾ ਇਹਦੇ 'ਚ ਕੀ ਹੈ, ਇਹ ਕਹਿੰਦਾ ਆਹ ਦੇਖੋ ਮੈਂ ਤੁਹਾਨੂੰ ਪੜ੍ਹਾਉਣਾ। ਸੌਰੀ ਉਹ ਫੋਨ ਡਿੱਗ ਪਿਆ ਸੀ। ਆਹ ਦੇਖੋ ਐਕਸ ਤੇ ਵਾਈ 2 ਰੈਂਡਮ ਵੇਰੀਏਬਲਸ ਹੈ ਵਿਦ ਮੀਨ 0 ਆ ਦੋਵਾਂ ਦਾ ਹੀ, ਤੇ ਵੇਰੀਐਂਸ ਦੋਵਾਂ ਦਾ 1 ਆ। ਆਰ ਆ ਜਿਹੜਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆ ਐਕਸ ਤੇ ਵਾਈ ਦਾ, ਇਹ ਤੁਹਾਨੂੰ ਪਤਾ ਕੀ ਹੁੰਦਾ ਹੈ ਨਾ। ਦੈਨ ਫਾਈਂਡ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਇਹਦਾ, ਇਹਨਾਂ ਦੋ ਨਵੇਂ ਵੇਰੀਏਬਲ ਦਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਪਤਾ ਕਰੋ ਕਹਿੰਦਾ। ਅੱਛਾ ਹੁਣ ਗਿਵਨ ਕੀ ਹੈ ਐਕਸ ਦਾ, ਗਿਵਨ ਦੈਟ, ਮੇਰੇ ਪੇਜ ਵੀ ਮੁੱਕ ਗਏ ਯਾਰ, ਇੱਕ ਵੀ ਨਹੀਂ ਹੈ ਬਸ। ਲਾਸਟ ਇੱਕ ਕੁਐਸਚਨ ਹੋਰ ਆ ਰਾਜੇ 9ਵਾਂ, ਉਹ ਫਿਰ ਮੈਂ ਕੱਲ੍ਹ ਨੂੰ ਕਰਵਾ ਦੂੰਗਾ। ਹੁਣ ਗਿਵਨ ਦੈਟ ਐਕਸਪੈਕਟੇਸ਼ਨ ਆਫ ਐਕਸ ਆ ਜਿਹੜੀ ਉਹ ਕੀ ਆ ਗਈ 0, ਐਕਸਪੈਕਟੇਸ਼ਨ ਆਫ ਵਾਈ ਆ ਜਿਹੜੀ ਉਹ ਵੀ ਹੈ 0 ਕਿਉਂਕਿ ਦੋਵਾਂ ਦਾ ਮੀਨ 0 ਆ, ਵੇਰੀਐਂਸ ਦੋਵਾਂ ਦਾ ਕਿੰਨਾ 1। ਠੀਕ ਹੈ ਐਂ ਕਰੋ ਇੱਥੋਂ ਨਾ ਮੈਨੂੰ ਜਿੱਥੋਂ ਤੱਕ ਲੱਗਦਾ ਆਪਾਂ ਨੂੰ ਲੋੜ ਪਊਗੀ ਆਰ ਦਿੱਤਾ ਹੋਇਆ, ਆਰ ਨਹੀਂ, ਆਰ ਵੀ ਨਹੀਂ ਦਿੱਤਾ ਹੋਇਆ। ਆਰ ਸਿੱਧਾ ਇਹਨਾਂ ਨੇ ਇਹ ਕਿਹਾ ਵੀ ਇਹ ਹੈਗਾ ਐਕਸ ਤੇ ਵਾਈ ਦਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ, ਉਹ ਆਪਾਂ ਨੂੰ ਪਤਾ ਹੀ ਹੁੰਦਾ ਹੈ ਨਾ। ਆਰ ਆ ਦੇਤਾ ਆਪਾਂ ਨੂੰ। ਉਸ ਤੋਂ ਬਾਅਦ ਆਪਾਂ ਫਾਈਂਡ ਕੀ ਕਰਨਾ, ਆਰ ਡੈਸ਼ ਜਿਹੜਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਕਿਹਦਾ, ਐਂ ਕਰੋ ਇਹਨੂੰ ਐਕਸ ਤੇ ਵਾਈ ਦਾ ਲਿਖ ਲਓ ਹੈ ਨਾ। ਅਤੇ ਆਪਾਂ ਜਿਹੜਾ ਪਤਾ ਕਰਨਾ ਉਹ ਕੀ ਆ, ਆਰ ਐਕਸ ਮਾਈਨਸ ਆਰ ਵਾਈ, ਇੱਥੇ ਕੋਮਾ ਜਿਹਾ ਪਾ ਦਿੰਦੇ ਹਾਂ, ਅਤੇ ਵਾਈ ਦਾ ਆਪਾਂ ਇਹਦਾ ਰਿਲੇਸ਼ਨ ਪਤਾ ਕਰਨਾ। ਠੀਕ ਆ, ਉਹ ਕੀ ਹੋਊਗਾ, ਓਬਵੀਅਸ ਜੀ ਗੱਲ ਆ, ਉਹ ਹੋਊਗਾ ਕੋਵੇਰੀਐਂਸ ਆਫ ਐਕਸ ਮਾਈਨਸ ਆਰ ਵਾਈ, ਇੱਥੇ ਆ ਜਾਊਗਾ ਵਾਈ, ਇਹ ਕੈਪੀਟਲ ਵਾਈ ਲਿਖਣਾ ਸੀ ਰਾਜੇ, ਸ਼ਾਰਟ 'ਚ ਲਿਖੀ ਜਾਂਦਾ ਮੈਂ, ਅਤੇ ਸਿਗਮਾ ਐਕਸ ਮਾਈਨਸ ਆਰ ਵਾਈ ਹੈ ਨਾ, ਅਤੇ ਸਿਗਮਾ ਵਾਈ। ਹੁਣ ਤੁਹਾਨੂੰ ਪਤਾ ਇਹ ਵੀ ਇਹਦਾ ਕਿਵੇਂ ਸੈਪਰੇਟ ਕਰਦੇ ਹੁੰਦੇ ਆ, ਆਪਾਂ ਦੇਖ ਲਾਂਗੇ, ਕੋਈ ਨਾ ਦੇਖ ਲੈਂਦੇ ਹਾਂ ਇਹਦਾ ਕੀ ਹੱਲ ਬਣਦਾ। ਚਲੋ ਇਹ ਰਿਲੇਸ਼ਨ ਹੋ ਗਿਆ। ਨਾਓ ਐਂ ਕਰੋ ਇਹਨੂੰ ਖੋਲ੍ਹ ਲਓ, ਕੀ ਆਊਗਾ, ਐਂ ਕਰੋ ਇਹਨੂੰ ਸਿੰਪਲੀਫਾਈ ਕਰਦੇ ਹਾਂ ਵੇਰੀਐਂਸ ਆਫ ਐਕਸ ਨੂੰ। ਵੇਰੀਐਂਸ ਆਫ ਐਕਸ ਕੀ ਹੁੰਦਾ, ਐਕਸਪੈਕਟੇਸ਼ਨ ਆਫ ਐਕਸ ਦਾ ਹੋਲ ਸਕੇਅਰ ਘਟਾ ਦਿੰਦੇ ਹਾਂ ਕਿਹਦੇ 'ਚੋਂ, ਐਕਸਪੈਕਟੇਸ਼ਨ ਆਫ ਐਕਸ ਸਕੇਅਰ 'ਚੋਂ। ਇਹ ਕੀ ਆ 1, ਇਹ ਆਪਾਂ ਨੂੰ ਕਿਉਂਕਿ ਮੈਨੂੰ ਲੱਗਦਾ ਇਹਦੀ ਲੋੜ ਪਊਗੀ। ਐਕਸਪੈਕਟੇਸ਼ਨ ਆਫ ਐਕਸ ਕੀ ਹੈ 0, ਸੋ ਇਹਦੀ ਵੈਲਿਊ 0 ਭਰਤੀ। ਸੋ ਆਪਣੇ ਕੋਲ ਅਲਟੀਮੇਟਲੀ ਐਕਸਪੈਕਟੇਸ਼ਨ ਆਫ ਐਕਸ ਸਕੇਅਰ ਕੀ ਆ ਗਿਆ 1 ਆ ਗਿਆ। ਸਿਮਿਲਰਲੀ ਵੇਰੀਐਂਸ ਆਫ ਵਾਈ ਤੋਂ ਆਪਣੇ ਕੋਲ ਐਕਸਪੈਕਟੇਸ਼ਨ ਆਫ ਵਾਈ ਸਕੇਅਰ ਕੀ ਆ ਜਾਊਗਾ, ਉਹ ਵੀ 1 ਆ ਜਾਊਗਾ। ਜਿੱਥੇ ਇਹਦੀ ਲੋੜ ਪਊਗੀ ਆਪਾਂ ਭਰ ਦਾਂਗੇ। ਇਹਨੂੰ ਖੋਲ੍ਹੋ ਹੁਣ ਆਰ ਐਕਸ ਵਾਈ ਨੂੰ, ਇਹ ਕੀ ਆਉਂਦਾ ਹੁੰਦਾ ਆਪਾਂ ਨੂੰ ਪਤਾ, ਇਹ ਐਕਸਪੈਕਟੇਸ਼ਨ ਆਫ ਐਕਸ ਵਾਈ ਮਾਈਨਸ ਐਕਸਪੈਕਟੇਸ਼ਨ ਆਫ ਐਕਸ ਅਤੇ ਐਕਸਪੈਕਟੇਸ਼ਨ ਆਫ ਵਾਈ ਦੀ ਪ੍ਰੋਡਕਟ ਹੁੰਦੀ ਆ, ਅਤੇ ਨੀਚੇ ਸਿਗਮਾ ਐਕਸ ਸਟੈਂਡਰਡ ਡੈਵੀਏਸ਼ਨ। ਸਟੈਂਡਰਡ ਡੈਵੀਏਸ਼ਨ ਕੀ ਹੁੰਦਾ, ਵੇਰੀਐਂਸ ਦਾ ਅੰਡਰ ਰੂਟ, ਅਤੇ ਓਬਵੀਅਸਲੀ ਫਿਰ ਇਹ ਕੀ ਆਊਗਾ 1 ਦਾ ਅੰਡਰ ਰੂਟ 1 ਹੈ ਨਾ। ਵੇਰੀਐਂਸ ਦਾ ਅੰਡਰ ਰੂਟ ਆ ਜਿਹੜਾ ਉਹੀ ਸਿਗਮਾ ਐਕਸ ਹੁੰਦਾ, ਇਹ ਆ ਗਿਆ ਸਿਗਮਾ ਐਕਸ ਅਤੇ ਸਿਗਮਾ ਵਾਈ, ਇਹੀ ਆ। ਇਹ ਕੀ ਆਊਗਾ ਐਕਸਪੈਕਟੇਸ਼ਨ ਆਫ ਐਕਸ ਵਾਈ, ਐਕਸਪੈਕਟੇਸ਼ਨ ਆਫ ਐਕਸ ਕੀ ਹੈ 0, ਐਕਸਪੈਕਟੇਸ਼ਨ ਆਫ ਵਾਈ ਕੀ ਹੈ 0, ਸਿਗਮਾ ਐਕਸ ਕੀ ਹੈ 1 1, ਇਹ ਆ ਗਿਆ ਐਕਸਪੈਕਟੇਸ਼ਨ ਆਫ ਐਕਸ ਵਾਈ। ਚਲੋ ਜੀ ਦੇਖੋ ਕਿੱਥੇ ਕੰਮ ਆਉਂਦਾ, ਮੈਨੂੰ ਤਾਂ ਜਿੱਥੇ ਲੋੜ ਪਊਗੀ ਉੱਥੇ ਆਪਾਂ ਦੇਖ ਲੈਂਦੇ ਹਾਂ ਕਿੱਥੇ ਆਊਗਾ। ਅੱਛਾ ਰਾਜੇ ਇੱਕ ਚੀਜ਼ ਆ, ਜਿਹੜਾ ਆਰ ਆ ਨਾ ਇਹਨਾਂ ਨੇ ਦਿੱਤਾ ਹੋਇਆ, ਦੇਖੋ
ਜਿਹੜੀ ਸਟੇਟਮੈਂਟ ਆ ਉਹਦੇ ਚ ਆਰ ਸਮੋਲ ਆਰ ਦਿੱਤਾ ਹੋਇਆ, ਇਹ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਐਕਸ ਵਾਈ ਦਾ। ਸੋ ਆਹ ਜਿਹੜਾ ਨਾ ਇੱਥੇ ਆਪਾਂ ਐਕਸ ਵਾਈ ਪੈਰ ਚ ਪਾਉਣ ਨੂੰ ਰਹਿਣ ਦਿੰਦੇ ਹਾਂ, ਇਹ ਸਮੋਲ ਆਰ ਆ, ਇੱਥੇ ਪਾ ਦਿੰਦੇ ਹਾਂ ਕਿਉਂਕਿ ਇਹਦੇ ਬਾਰੇ ਕੁਛ ਨਹੀਂ ਦਿੱਤਾ ਹੋਇਆ। ਜਾਂ ਇਹਨੂੰ ਕਿਉਂਕਿ ਐਕਸ ਮਾਈਨਸ ਆਰ ਜਿਹੜਾ ਆਹ ਨਾ, ਜਾਂ ਤਾਂ ਐਂ ਕਰੋ ਕੁਛ ਨਾ ਲਿਖੋ, ਇੱਥੇ ਆਰ ਡੈਸ਼ ਪਾ ਦਿਓ। ਇਹ ਆਰ ਆ ਨਾ ਜਿਹੜਾ ਇਹਦੇ ਵਿੱਚ ਪਾਇਆ ਹੋਇਆ, ਇਹਦਾ ਇਹ ਵੈਲਿਊ ਆ ਇਹਦੀ, ਇਹ ਆਰ ਆਮ ਆਰ ਨਹੀਂ ਹੈਗਾ, ਇਹ ਪਿਛਲੇ ਐਕਸ ਵਾਈ ਦਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆ। ਦੇਖੋ ਇਹ ਕਹਿ ਰਿਹਾ ਐਕਸ ਮਾਈਨਸ ਆਰ ਵਾਈ ਤੇ ਵਾਈ ਆ ਨਾ, ਜਿਹੜਾ ਐਕਸ ਮਾਈਨਸ ਆਰ ਇਹ ਆਰ ਲਿਖਿਆ ਹੋਇਆ, ਇਹ ਵਾਲਾ ਆਰ ਆ। ਸੋ ਇਹਦਾ ਇਫੈਕਟ ਪਊਗਾ ਇਸ ਚੀਜ਼ 'ਤੇ। ਸੋ ਐਂ ਕਰੋ ਫਿਰ ਇੱਥੇ ਵੀ ਐਕਸ ਵਾਈ ਨਾ ਲਿਖੋ, ਮੈਂ ਨੋਟ ਨਹੀਂ ਕੀਤਾ, ਇੱਥੇ ਆਰ ਦੀ ਵੈਲਿਊ ਇਹੀ ਆਊਗੀ ਨਾ ਐਕਸ ਵਾਈ ਦਾ ਕੋਰਿਲੇਸ਼ਨ। ਇਹਨੂੰ ਇਹ ਜਿਹੜਾ ਐਕਸ ਮਾਈਨਸ ਆਰ ਵਾਈ ਤੇ ਵਾਈ ਦਾ ਕੋਰਿਲੇਸ਼ਨ ਆ, ਇਹਨੂੰ ਆਰ ਡੈਸ਼ ਲਿਖ ਲਓ, ਠੀਕ ਆ। ਚਲੋ ਹੁਣ ਐਂ ਕਰੋ, ਆਰ ਡੈਸ਼ ਤੋਂ ਸ਼ੁਰੂ ਕਰੋ ਕੁਐਸਚਨ। ਕੀ ਹੈ ਇਹ? ਐਕਸ ਮਾਈਨਸ ਆਰ ਵਾਈ ਤੇ ਵਾਈ ਦਾ ਕੋਰਿਲੇਸ਼ਨ, ਸਿਗਮਾ ਐਕਸ ਮਾਈਨਸ ਆਰ ਵਾਈ ਸਿਗਮਾ ਵਾਈ, ਠੀਕ ਆ। ਹੁਣ ਇਹਦੀ ਵੈਲਿਊ ਕੱਢ ਦਿੰਦੇ ਆ, ਕੀ ਆਊਗੀ, ਕੀ ਹੁੰਦੀ ਹੈ ਇਹ? ਪਹਿਲਾਂ ਤਾਂ ਐਕਸਪੈਕਟੇਸ਼ਨ ਇਹਨਾਂ ਦੋਹਾਂ ਦੀ ਪ੍ਰੋਡਕਟ, ਜਿਵੇਂ ਆਹ ਫਾਰਮੂਲਾ ਜਿਹਾ ਨਹੀਂ ਲਿਖਿਆ ਹੋਇਆ ਆਪਾਂ, ਪਹਿਲਾਂ ਦੋਵਾਂ ਦੀ ਪ੍ਰੋਡਕਟ, ਫਿਰ ਦੋਵਾਂ ਦੀ ਐਕਸਪੈਕਟੇਸ਼ਨ ਕੱਢ ਕੇ ਬਾਅਦ 'ਚ ਉਹਨਾਂ ਦੀ ਪ੍ਰੋਡਕਟ, ਫਿਰ ਦੋਵਾਂ ਦੀ ਐਕਸਪੈਕਟੇਸ਼ਨ ਕੱਢੋ ਪਹਿਲਾਂ ਤੇ ਬਾਅਦ 'ਚ ਪ੍ਰੋਡਕਟ ਕਰ ਲਓ। ਤੇ ਇਹ ਆ ਜਿਹੜਾ, ਇਹ ਦੇਖਿਆ ਜਾਵੇ ਇਹ ਵੇਰੀਐਂਸ, ਚਲੋ ਇਹਨਾਂ ਨੂੰ ਐਂ ਪਿਆ ਰਹਿਣ ਦਿਓ, ਐਕਸ ਮਾਈਨਸ ਆਰ ਵਾਈ, ਦੇਖਦੇ ਹਾਂ ਕੀ ਬਣਦਾ ਮੈਨੂੰ, ਠੀਕ ਆ। ਅੱਛਾ ਇਹਨੂੰ ਸੋਲਵ ਕਰੋ, ਹੁਣ ਕੀ ਆਊਗਾ? ਇਹ ਆ ਜਾਊਗਾ ਐਕਸਪੈਕਟੇਸ਼ਨ ਐਕਸ ਵਾਈ ਪ੍ਰੋਡਕਟ ਹੋ ਜਾਊਗਾ, ਹਾਂ ਹੋ ਜਾਊਗਾ, ਮਾਈਨਸ ਆਰ ਵਾਈ ਸਕੇਅਰ, ਹਾਂ। ਤੇ ਇਹਨਾਂ ਦੋਹਾਂ ਨੂੰ ਸੋਲਵ ਕਰੋ, ਕੀ ਆਊਗਾ? ਐਕਸਪੈਕਟੇਸ਼ਨ ਐਕਸ 'ਤੇ ਲੱਗ ਗਈ, ਫਿਰ ਮਾਈਨਸ ਆਰ ਬਾਹਰ ਆ ਗਿਆ, ਐਕਸਪੈਕਟੇਸ਼ਨ ਵਾਈ 'ਤੇ ਲੱਗ ਗਈ, ਤੇ ਬਾਹਰ ਕੀ ਪਿਆ? ਐਕਸਪੈਕਟੇਸ਼ਨ ਆਫ ਵਾਈ, ਜਿਹਦੇ ਨਾਲ ਆਪਾਂ ਇਹਨੂੰ ਪ੍ਰੋਡਕਟ ਕਰਨਾ, ਇਹਨੂੰ ਐਕਸ ਨਾ ਸਮਝ ਲਿਓ ਕਿਤੇ। ਨੀਚੇ ਕੀ ਹੈ? ਸਿਗਮਾ ਐਕਸ ਮਾਈਨਸ ਆਰ ਵਾਈ ਸਿਗਮਾ ਵਾਈ। ਹੁਣ ਇਹਨੂੰ ਪ੍ਰੋਡਕਟ ਕਰੋ, ਸੋਲਵ ਕਰੋ, ਐਕਸ ਵਾਈ ਐਕਸਪੈਕਟੇਸ਼ਨ ਅਪਲਾਈ ਹੋ ਗਈ, ਇੱਥੇ ਆਰ ਕੌਂਸਟੈਂਟ ਆ, ਬਾਹਰ ਆ ਗਿਆ, ਐਕਸਪੈਕਟੇਸ਼ਨ ਆਫ ਵਾਈ ਸਕੇਅਰ ਲੱਗ ਗਿਆ, ਤੇ ਇੱਧਰ ਐਕਸਪੈਕਟੇਸ਼ਨ ਆਫ ਐਕਸ ਤੇ ਐਕਸਪੈਕਟੇਸ਼ਨ ਆਫ ਵਾਈ ਪਹਿਲਾਂ ਪ੍ਰੋਡਕਟ ਹੋਣਗੇ, ਹੈ ਨਾ, ਤੇ ਫਿਰ ਇਹ ਮਾਈਨਸ ਮਾਈਨਸ ਪਲੱਸ ਹੋ ਜਾਣਗੇ, ਆਰ ਆ ਜਾਊਗਾ, ਐਕਸਪੈਕਟੇਸ਼ਨ ਆਫ ਵਾਈ ਐਕਸਪੈਕਟੇਸ਼ਨ ਆਫ ਵਾਈ ਨਾਲ ਪ੍ਰੋਡਕਟ ਹੋਏ, ਇੱਥੇ ਕੀ ਆ ਜਾਊਗਾ? ਸਕੇਅਰ। ਤੇ ਆਪਣੇ ਕੋਲੇ ਨੀਚੇ ਕੁਛ ਬਣੀ ਜਾਵੇ, ਮੈਨੂੰ ਲੱਗਦਾ ਇਹ 0 ਆਊਗਾ। ਦੇਖੋ ਆਪਣੇ ਕੋਲੇ ਇਹਨਾਂ ਦੀ ਵੈਲਿਊ, ਇਹ ਤਾਂ ਗਿਆ ਹੈ ਨਾ, ਐਕਸਪੈਕਟੇਸ਼ਨ ਆਫ ਐਕਸ ਵਾਈ ਦੀ ਵੈਲਿਊ ਆਈ ਹੋਈ ਹੈ, ਕੀ ਹੈ ਇਹ? ਸਮੋਲ ਆਰ, ਮਾਈਨਸ ਆਰ ਐਕਸਪੈਕਟੇਸ਼ਨ ਆਫ ਵਾਈ ਸਕੇਅਰ ਦੀ ਵੈਲਿਊ ਵੀ ਕੱਢੀ ਹੋਈ ਆਪਾਂ 1, ਇਹਦੀ ਵੈਲਿਊ ਐਕਸਪੈਕਟੇਸ਼ਨ ਆਫ ਐਕਸ ਕੀ ਹੈ? 0, ਐਕਸਪੈਕਟੇਸ਼ਨ ਆਫ ਵਾਈ ਕੀ ਹੈ? 0 ਪਲੱਸ ਆਰ ਐਕਸਪੈਕਟੇਸ਼ਨ ਆਫ ਵਾਈ ਕੀ ਹੈ? 0 ਦਾ ਸਕੇਅਰ, ਨੀਚੇ ਕੁਛ ਵੀ ਆ ਗਿਆ। ਹੁਣ ਰਾਜੇ ਕੀ ਆ ਗਿਆ? ਆਰ ਮਾਈਨਸ ਆਰ, ਬਾਕੀ ਸਾਰਾ 0, ਨੀਚੇ ਕੁਛ ਵੀ ਆ ਜਾਏ, ਆ ਬਣ ਗਿਆ 0, ਜਾਣੀ ਕਿ ਆਰ ਡੈਸ਼ ਕੀ ਆਊਗਾ? 0। ਆਰ ਡੈਸ਼ ਹੈ ਕੀ ਸੀਗਾ? ਐਕਸ ਮਾਈਨਸ ਆਰ ਵਾਈ ਤੇ ਵਾਈ ਦਾ ਕੋਰਿਲੇਸ਼ਨ। 6ਵੇਂ ਦਾ ਆਨਸਰ, ਇੱਕ ਮਿੰਟ, ਆ ਦੇਖੋ 0 ਆ ਗਿਆ, ਠੀਕ ਹੈ। ਸੋ ਇਹ ਸੋਲਵ ਹੋ ਗਿਆ। ਹੁਣ ਰਾਜੇ ਰਹਿ ਗਿਆ 9ਵਾਂ ਕੁਐਸਚਨ। ਪੇਜ ਮੇਰੇ ਕੋਲੇ ਮੁੱਕ ਗਏ, ਮੈਨੂੰ ਜਾਂਦਾ ਪੇਜਾਂ ਦਾ, ਇੱਕ ਮਿੰਟ। ਚਲੋ 9ਵਾਂ ਕੁਐਸਚਨ, ਬਸ ਇਹ ਲਾਸਟ ਆ ਪ੍ਰੋਬੇਬਿਲਿਟੀ ਦਾ ਕੁਐਸਚਨ, ਇਹ ਕੱਲ੍ਹ ਨੂੰ ਕਰ ਲੈਂਦੇ ਆ, ਫਿਰ ਉਸ ਤੋਂ ਬਾਅਦ ਨਾਲੋਂ ਨਾਲ ਹੀ ਮੈਂ ਹੋਮੋਮੋਰਫਿਜ਼ਮ ਸਟਾਰਟ ਕਰ ਦੇਣੀ ਆ। ਓਕੇ।